ਵਾਹਿਗੁਰੂ 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 ਗੁਰੂ ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸਤਿਗੁਰੂ ਗੁਰਬਾਣੀ ਗੁਰੂ ਵਿੱਚ ਜੋ ਆਪਾਂ ਨੂੰ ਭੇਦ ਦੇ ਰਹੇ, ਸਾਡਾ ਜੋ ਮਨ ਹੈ ਇੱਥੇ ਆ ਕੇ ਇਹ ਭੁੱਲ ਜਾਂਦਾ ਹੈ ਮਾਲਕ ਨੂੰ, ਹੁਕਮ ਨੂੰ, ਆਪਣੇ ਦੇਸ਼ ਨੂੰ ਤੇ ਆਪਣੇ ਘਰ। ਹੁਣੇ ਭੁੱਲਿਆ ਹੋਇਆ ਮਨ ਫਿਰ ਕਿਵੇਂ ਸਮਝੇ? ਮਹਾਰਾਜ ਦੱਸਦੇ ਵੀ ਫਿਰ ਇਹਨੂੰ ਗੁਰੂ ਦੇ ਸ਼ਬਦ ਦੁਆਰਾ ਭੁੱਲੇ ਹੋਏ ਮਨ ਨੂੰ ਸਮਝਾਇਆ ਜਾਂਦਾ। ਸਮਝ ਉਦੋਂ ਲੱਗਦੀ ਜਦੋਂ ਫਿਰ ਅਸੀਂ ਇਹ ਸਿਮਰਨ ਕਰਦੇ ਹਾਂ, ਮਾਲਕ ਨੂੰ ਧਿਆਉਂਦੇ। ਸਤਿਗੁਰੂ ਫਰਮਾਉਂਦੇ, ਭੂਲਾ ਮਨ ਸਮਝੇ ਗੁਰ ਸ਼ਬਦੀ, ਹਰ ਹਰ ਸਦਾ ਤੇ ਆਏ। ਬਈ ਇਹ ਭੁੱਲਿਆ ਹੋਇਆ ਮਨ ਗੁਰੂ ਦੇ ਸ਼ਬਦ ਦੁਆਰਾ ਸਮਝ, ਜਦੋਂ ਅਸੀਂ ਸਿਮਰਨ ਕਰਾਂਗੇ, ਪਰਮਾਤਮਾ ਨੂੰ ਧਿਆਵਾਂਗੇ, ਫਿਰ ਇਹਨੂੰ ਸਮਝ ਲੱਗਣੀ ਬਈ ਕੀ ਮੈਨੂੰ ਸਮਝਾਇਆ ਜਾ ਰਿਹਾ, ਕੀ ਮੈਨੂੰ ਗਿਆਨ ਦਿੱਤਾ ਜਾ ਰਿਹਾ, ਕੀ ਮੈਨੂੰ ਉਪਦੇਸ਼ ਦਿੱਤਾ ਜਾ ਰਿਹਾ। ਹੁਣ ਮਨ ਨੂੰ ਸਮਝਾਉਣ ਵਾਸਤੇ ਹੀ ਇਹ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹਨਾ, ਖੋਜਣਾ, ਸੰਗਤ ਕਰਦੇ। ਮਹਾਰਾਜ ਇਸ ਲਈ ਫਰਮਾਉਂਦੇ, ਮਨ ਸਮਝਾਵਣ ਕਾਰਨੇ ਕਛੂ ਕੁ ਪੜ੍ਹੀਏ ਗਿਆਨ। ਬਈ ਮਨ ਨੂੰ ਸਮਝਾਉਣ ਵਾਸਤੇ, ਭੁੱਲੇ ਹੋਏ ਮਨ ਨੂੰ ਸਮਝਾਉਣ ਵਾਸਤੇ। ਬਈ ਮਨ ਜਦੋਂ ਭੁੱਲ ਜਾਂਦਾ ਇੱਧਰ ਆ ਕੇ, ਫਿਰ ਇਹਨੂੰ ਸਮਝਾਇਆ ਜਾਂਦਾ ਵੀ ਤੂੰ ਭੁੱਲ ਨਾ, ਪਰਮਾਤਮਾ ਨੂੰ ਤੂੰ ਚੇਤੇ ਰੱਖ, ਸਿਮਰਨ ਅਭਿਆਸ ਤੂੰ ਕਰਦਾ ਰਹੇ। ਮਾਨਸ ਜਾਮੇ ਦਾ ਸਾਨੂੰ ਇਹੀ ਲਾਹਾ, ਇਹੋ ਸਾਡਾ ਮਕਸਦ ਅਸਲ। ਮਹਾਰਾਜ ਇਸ ਲਈ ਸਾਡੇ ਮਨ ਨੂੰ ਸਮਝਾਉਂਦੇ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ।
ਵੀ ਮਾਨਸ ਜਾਮੇ ਦਾ ਸਾਨੂੰ ਇਹੀ ਲਾਹਾ, ਇਹਦੇ ਵਿੱਚ ਹੁਣ ਅਸੀਂ ਮਾਲਕ ਦੇ ਗੁਣ ਗਾ ਸਕਦੇ ਹਾਂ, ਇਹਦੇ ਵਿੱਚ ਹੁਣ ਅਸੀਂ ਭਗਤੀ ਕਰ ਸਕਦੇ। ਹੋਰ ਕਿਸੇ ਆਕਾਰ, ਹੋਰ ਕਿਸੇ ਜੂਨ ਦੇ ਵਿੱਚ ਇਹ ਵਾਰੀ ਨਹੀਂ ਹੈ, ਮੌਕਾ ਨਹੀਂ ਹੈ। ਸਿਰਫ ਇਹ ਮੌਕਾ ਆਪਾਂ ਨੂੰ ਹੀ ਦਿੱਤਾ ਜਾਂਦਾ ਵਾਰੀ। ਤਾਈਆਂ ਹੁਣ ਆਪਾਂ ਨੂੰ ਸਮਝਾਉਂਦੇ ਵੀ ਸਾਨੂੰ ਸਾਰਿਆਂ ਨੂੰ ਹੁਣ ਇਹ ਵਾਰੀ ਮਿਲੀ ਹੈ, ਤੇ ਆਪਾਂ ਨੂੰ ਇਸ ਲਈ ਰੋਜ਼ ਮਹਾਰਾਜ ਸਮਝਾਉਂਦੇ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ, ਵੀ ਹੋਣੀ ਵਾਰੀ ਹੈ ਗੋਬਿੰਦ ਵਾਹਿਗੁਰੂ ਨੂੰ ਮਿਲਣ ਵਾਸਤੇ। ਇਹੋ ਸਾਡੇ ਜੀਵਨ ਦਾ ਅਸਲ ਮਕਸਦ, ਅਸਲ ਮਨੋਰਥ, ਪਰਮਾਤਮਾ ਨੂੰ ਮਿਲਣਾ, ਉਹਦੇ ਵਿੱਚ ਅਭੇਦ ਹੋਣਾ ਤੇ ਆਪਣਾ ਆਪਾ ਮਿਟਾ ਦੇਣਾ। ਜੇ ਅਸੀਂ ਹੁਣ ਮਾਲਕ ਨੂੰ ਮਿਲ ਲਾਂਗੇ ਤੇ ਅਸੀਂ ਸਦਾ ਵਾਸਤੇ ਅਮਰ ਹੋ ਜਾਵਾਂਗੇ, ਦੁਬਾਰਾ ਸਾਨੂੰ ਵਾਪਸ ਨਹੀਂ ਭੇਜਣਗੇ। ਹੁਣ ਇਹ ਸੋਝੀ ਸਾਨੂੰ ਮਾਨਸ ਜਾਮੇ ਵਿੱਚ ਹੀ ਦਿੱਤੀ ਜਾ ਰਹੀ, ਹੋਰ ਕਿਸੇ ਆਕਾਰ ਦੇ ਵਿੱਚ ਕਿਸੇ ਨੂੰ ਇੰਨਾ ਗਿਆਨ, ਕਿਸੇ ਨੂੰ ਇੰਨੀ ਸੋਝੀ ਨਹੀਂ ਦਿੱਤੀ ਜਾਂਦੀ। ਸਿਰਫ ਇਹ ਮਾਨਸ ਜਾਮਾ ਹੀ ਹੈ ਜਿਹਦੇ ਵਿੱਚ ਆਪਾਂ ਨੂੰ ਸਭ ਤੋਂ ਵੱਧ ਸੁੱਖ ਸਹੂਲਤਾਂ ਨੇ, ਸਭ ਤੋਂ ਵੱਧ ਸਾਨੂੰ ਇਹਦੇ ਵਿੱਚ ਗਿਆਨ ਹੈ। ਤੇ ਜੇ ਅਸੀਂ ਭੁੱਲ ਗਏ ਹਾਂ, ਸਾਨੂੰ ਫਿਰ ਗੁਰਬਾਣੀ ਗੁਰੂ ਭੁੱਲੇ ਹੋਇਆਂ ਨੂੰ ਸਮਝਾਉਂਦੇ, ਤੇ ਸ਼ਬਦਾਂ ਦੇ ਵਿੱਚ ਸਾਡੇ ਭੁੱਲੇ ਹੋਏ ਮਨ ਨੂੰ ਸਮਝਾਇਆ ਕਿ ਦੱਸਿਆ ਕਿ ਹਰ ਇੱਕ ਪੱਖੋਂ ਸਾਡੇ ਮਨ ਨੂੰ ਸਮਝਾਇਆ ਜਾਂਦਾ। ਮਹਾਰਾਜ ਦੱਸਦੇ ਵੀ ਹੁਣ ਵੇਲਾ ਹੈ, ਹੁਣੀ ਮੌਕਾ, ਹੁਣੀ ਵਾਰੀ, ਹੁਣ ਅਸੀਂ ਪਰਮਾਤਮਾ ਨੂੰ ਮਿਲ ਸਕਦੇ। ਮਹਾਰਾਜ ਤਾਈਓਂ ਸਾਡੇ ਮਨ ਨੂੰ ਸਮਝਾਉਂਦੇ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਵੀ ਹੁਣੀ ਵੇਲਾ, ਹੁਣੀ ਮੌਕਾ, ਹੁਣ ਤੂੰ ਮਿਲ ਸਕਦਾ। ਸੋ ਜਦੋਂ ਮਨ ਫਿਰ ਨਹੀਂ ਪਿਆਰ ਨਾਲ ਸਮਝਦਾ, ਫਿਰ ਇਹਨੂੰ ਸਖਤ ਬਚਨ ਵੀ ਬੋਲਦੇ, ਉਹ ਵੀ ਇਹਦੇ ਭਲੇ ਵਾਸਤੇ। ਜਿਵੇਂ ਮਾਤਾ ਪਿਤਾ ਬੱਚੇ ਨੂੰ ਪਹਿਲਾਂ ਪਿਆਰ ਨਾਲ ਸਮਝਾਉਂਦੇ, ਜੇ ਇਹਦਾ ਪਿਆਰ ਨਾਲ ਸਮਝ ਜਾਂਦਾ ਫਿਰ ਤਾਂ ਸਖਤੀ ਦੀ ਲੋੜ ਹੀ ਨਹੀਂ। ਜੇ ਨਹੀਂ ਸਮਝਦਾ ਫਿਰ ਉਹ ਸਖਤੀ ਵਰਤਦੇ ਉਹਦੇ ਭਲੇ ਵਾਸਤੇ, ਵੀ ਤਾਂ ਕਿ ਇਹ ਆਪਦੇ ਜੀਵਨ ਦਾ ਲਾਹਾ ਕੱਟ ਲਵੇ, ਆਪਦੇ ਜੀਵਨ ਦੇ ਵਿੱਚ ਕਾਮਯਾਬ ਹੋ ਜੇ। ਜਦੋਂ ਨਹੀਂ ਮਨ ਪਿਆਰ ਨਾਲ ਸਮਝਦਾ, ਨਹੀਂ ਸੁਣਦਾ, ਫਿਰ ਇਹਨੂੰ ਕਹਿੰਦੇ ਸੁਣ ਮਨ ਅੰਧੇ ਕੁੱਤੇ ਘੜਿਆਰ। ਫਿਰ ਇਹਨੂੰ ਇੱਦਾਂ ਦੇ ਬਚਨ ਵੀ ਕਹਿੰਦੇ ਵੀ ਅੰਨ੍ਹਿਆ ਹੁਣ ਸੁਣਦਾ ਕਿਉਂ ਨਹੀਂ, ਵੀ ਕਿਉਂ ਨਹੀਂ ਹੁਣ ਤੂੰ ਆਪਦੇ ਜੀਵਨ ਦਾ ਅਸਲੀ ਮਕਸਦ ਜਿਹੜਾ ਇਹਨੂੰ ਸਮਝ ਕੇ ਕਿਉਂ ਨਹੀਂ ਇਸ ਮਾਰਗ ਦੇ ਉੱਤੇ ਚੱਲਦਾ, ਕਿਉਂ ਨਹੀਂ ਸੰਗਤ ਕਰਦਾ। ਸੰਗਤ ਤੋਂ ਬਿਨਾਂ ਸਾਡਾ ਜਿਹੜਾ ਜੀਵਨ ਉਹ ਪਸ਼ੂਆਂ ਦੀ ਨਿਆਈ ਹੁੰਦਾ। ਮਹਾਰਾਜ ਕਹਿੰਦੇ ਜਿਹੜੇ ਜੀਵ ਨਹੀਂ ਸਤ ਸੰਗਤ ਕਰਦੇ, ਨਹੀਂ ਸਤਸੰਗ ਚਾਹੁੰਦੇ, ਉਹਨਾਂ ਦਾ ਜੀਵਨ ਉਹ ਪਸ਼ੂਆਂ ਵਰਗਾ। ਤਾਂ ਮਹਾਰਾਜ ਦੱਸਦੇ, ਕਹਿੰਦੇ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ਼ੂ ਢੋਰ। ਬਈ ਜਿਵੇਂ ਇੱਕ ਪਸ਼ੂ ਹੈ, ਉਸੇ ਤਰ੍ਹਾਂ ਹੀ ਮਾਨਸ ਜਾਮਾ ਤਾਂ ਮਿਲ ਗਏ, ਪਰ ਸਤ ਸੰਗਤ ਤੋਂ ਬਿਨਾਂ ਕੰਮ ਉਹੀ ਉਹ ਪਸ਼ੂਆਂ ਵਾਲੇ ਨੇ, ਕਰਤੂਤਾਂ ਉਹ ਪਸ਼ੂਆਂ ਵਾਲੀ। ਜਿਸ ਨੂੰ ਮਹਾਰਾਜ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਬਈ ਇਹ ਉੱਦਾਂ ਤਾਂ ਕਹਿੰਦੇ ਅਸੀਂ ਮਾਨਸ ਹਾਂ, ਪਰ ਲੜਦੇ ਪਸ਼ੂਆਂ ਵਾਂਗੂ। ਦਬਦਾ ਵੈਰ ਵਿਰੋਧ ਇਹਨਾਂ ਦੇ ਅੰਦਰ ਇੰਨਾ ਹੈ ਵੀ ਜਿਵੇਂ ਪਸ਼ੂ ਲੜਦੇ ਉਹਨਾਂ ਵਾਂਗੂ ਲੜਦੇ। ਜਿਵੇਂ ਪਸ਼ੂ ਭਾਰ ਢੋਂਦਾ ਸਾਰੀ ਉਮਰ ਭਾਰ ਹੀ ਢੋਈ ਜਾਂਦੇ,
ਉਹ ਵੀ ਦੂਸਰਿਆਂ ਤੋਂ ਨਿੰਦਿਆ ਕਰ ਕਰਕੇ, ਵੈਰ ਵਿਰੋਧ ਕਰ ਕਰਕੇ ਇਹ ਦੂਜੇ ਦਾ ਭਾਅ ਢਾਉਣ ਲੱਗੀ ਹੋਈ। ਜਿਵੇਂ ਮਹਾਰਾਜ ਦੱਸਦੇ ਵੀ ਜਿਹੜਾ ਮਨਮੁਖ ਹੈ ਉਹ ਆਤਮਘਾਤੀ ਹੈ। ਨਿੰਦਿਆ ਕਰ ਕਰਕੇ ਉਹ ਦੂਜਿਆਂ ਦਾ ਭਾਰ ਚੁੱਕ ਚੁੱਕ ਸੁੱਟੀ ਜਾਂਦਾ। ਜਿਵੇਂ ਇੱਕ ਤਾਂ ਹੁੰਦੇ ਆਪਾਂ ਦੇਖਦੇ ਕੁੱਲੀ ਵੀ ਉਹ ਪੈਸੇ ਲੈ ਕੇ ਦੂਸਰੇ ਦਾ ਭਾਰ ਚੱਕ ਕੇ ਸੁੱਟਦੇ, ਦੂਸਰੀ ਥਾਂ 'ਤੇ ਪਹੁੰਚਾਉਂਦੇ ਇੱਕ ਥਾਂ ਤੋਂ। ਜਿਹੜਾ ਮਨਮੁਖ ਹੈ ਉਹ ਬਿਨਾਂ ਮਨਜ਼ੂਰੀ ਤੋਂ ਹੀ ਪਸ਼ੂਆਂ ਵਾਂਗੂ ਭਾਰ ਢੋ ਢੋ ਕੇ ਦੂਸਰਿਆਂ ਦੀ ਨਿੰਦਿਆ ਕਰ ਕਰਕੇ ਦਰਗਾਹ ਸੁੱਟੀ ਜਾਂਦਾ। ਮਹਾਰਾਜ ਇਸ ਅਵਸਥਾ 'ਚ ਕਹਿੰਦੇ ਮਨਮੁਖ ਅੰਧੇ ਸੁਧ ਨਾ ਕਾਈ, ਆਤਮਘਾਤੀ ਹੈ ਜਗਤ ਕਸਾਈ। ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਬਿਨ ਮਨਜ਼ੂਰੀ ਭਾਰ ਪਹੁੰਚਾਵਣੀ। ਬਈ ਮਨਮੁਖ ਹੈ ਜਿਹੜਾ ਉਹ ਆਤਮਘਾਤੀ ਹੈ, ਉਹ ਆਪਦੀ ਹੱਤਿਆ ਆਪ ਹੀ ਕਰ ਰਹੀ ਹੈ। ਦੂਸਰਿਆਂ ਦਾ ਭਾਰ ਢੋਣ 'ਤੇ ਲੱਗਿਆ ਨਿੰਦਿਆ ਕਰ ਕਰਕੇ। ਹੁਣ ਸਤਿਗੁਰੂ ਫਿਰ ਇਸ ਲਈ ਸਮਝਾਉਂਦੇ ਵੀ ਸਤ ਸੰਗਤ ਤੋਂ ਬਿਨਾਂ ਇੱਦਾਂ ਜੀਵ ਪਸ਼ੂਆਂ ਵਰਗਾ ਉਹ ਭਾਰ ਹੀ ਢੋਈ ਜਾਂਦਾ। ਕਿਸੇ ਦੀ ਨਿੰਦਿਆ ਕਰ ਲਈ, ਕਿਸੇ ਦੀਆਂ ਚੁਗਲੀਆਂ ਕਰ ਲਈਆਂ, ਕਿਸੇ ਨਾਲ ਵੈਰ ਵਿਰੋਧ ਕਰ ਲਿਆ, ਕਿਸੇ ਨਾਲ ਦੁਬਦਾ ਕਰ ਲਈ। ਇਹ ਸਾਰਾ ਭਾਰ ਢੋਣਾ ਪਸ਼ੂਆਂ ਵਾਂਗ। ਜਿਵੇਂ ਪਸ਼ੂ ਭਾਰ ਢੋਂਦਾ, ਇਸੇ ਤਰ੍ਹਾਂ ਹੀ ਮਨਮੁਖ ਇੱਦਾਂ ਭਾਰ ਢੋਂਦਾ, ਦਿਨ ਰਾਤ ਢੋਂਦਾ। ਜਦੋਂ ਵੀ ਅੱਖ ਖੁੱਲ੍ਹਦੀ ਉਦੋਂ ਹੀ ਭਾਰ ਢੋਣਾ ਸ਼ੁਰੂ ਕਰ ਦਿੰਦਾ। ਸਾਰੀ ਉਮਰ ਕਹਿੰਦੇ ਭਾਰ ਹੀ ਢੋਂਦਾ ਰਹਿੰਦਾ। ਸੋ ਇਸ ਵਾਸਤੇ ਫਿਰ ਕਹਿੰਦੇ ਸਤ ਸੰਗਤ ਤੋਂ ਬਿਨਾਂ ਪਸ਼ੂਆਂ ਦੀ ਨਿਆਈ ਹੈ, ਪਸ਼ੂਆਂ ਵਰਗਾ ਹੈ। ਬਈ ਮਾਨਸ ਜਾਮਾ ਤਾਂ ਮਿਲ ਗਏ, ਬੜੇ ਚਿਰਾਂ ਬਾਅਦ ਮਿਲੇ ਆ, ਲੰਮੇ ਸਮੇਂ ਬਾਅਦ ਮਿਲੇ। ਪਰ ਜੇ ਅਸੀਂ ਮਾਨਸ ਜਾਮੇ ਵਿੱਚ ਹੁੰਦੇ ਹੋਏ ਸਤ ਸੰਗਤ ਨਾ ਕੀਤੀ, ਗੁਰੂ ਦੀ ਸ਼ਰਨ 'ਚ ਨਾ ਆਏ, ਨਾ ਅਸੀਂ ਆਪਦੇ ਮੂਲ ਦੀ ਪਹਿਚਾਣ ਕੀਤੀ ਵੀ ਜਿਹਨੇ ਸਾਡੀ ਸਿਰਜਣਾ ਕੀਤੀ, ਸਿਰਜਣਹਾਰ ਮਾਲਕ, ਜੇ ਉਹਨੂੰ ਨਹੀਂ ਜਾਣਿਆ, ਹੁਕਮ ਨੂੰ ਨਹੀਂ ਬੁੱਝਿਆ, ਹੁਕਮ ਦੇ ਵਿੱਚ ਨਹੀਂ ਆਏ, ਫਿਰ ਮਹਾਰਾਜ ਕਹਿੰਦੇ ਵੀ ਇਹ ਪਸ਼ੂ ਤੇ ਪ੍ਰੇਤਾਂ ਤੋਂ ਵੀ ਭੈੜੇ। ਵੀ ਦੇਖਣ ਨੂੰ ਤਾਂ ਕਹਿੰਦੇ ਅਸੀਂ ਮਾਨਸ ਹਾਂ, ਪਰ ਹੈ ਇਹ ਪਸ਼ੂਆਂ ਵਰਗੇ। ਇਹਨਾਂ ਦਾ ਮਨ ਪ੍ਰੀਤ ਬਣਿਆ ਹੋਇਆ। ਸਤਿਗੁਰੂ ਇਸ ਅਵਸਥਾ 'ਚ ਕਹਿੰਦੇ ਚਰੰਕਾਲ ਪਾਈ ਦੁਰਲੰਭ ਦੇ, ਨਾਮ ਬਿਹੋਣੀ ਹੋਈ ਖੇ। ਪਸ਼ੂ ਪ੍ਰੇਤ ਮੁਗ ਤੇ ਬੁਰੀ, ਤਿਸੇ ਨਾ ਬੂਝੇ ਜੈਨੇ ਹੋ ਸਿਰੀ। ਬਈ ਬੜੇ ਚਿਰਾਂ ਬਾਅਦ ਮਾਨਸ ਜਾਮਾ ਤਾਂ ਮਿਲ ਗਏ, ਪਰ ਜੇ ਸਿਰਜਣਾ ਕਰਨ ਵਾਲੇ ਨੂੰ ਨਹੀਂ ਜਾਣਿਆ, ਫਿਰ ਮਹਾਰਾਜ ਕਹਿੰਦੇ ਪਸ਼ੂ ਪ੍ਰੇਤ ਮੁਗਤ ਤੇ ਬੁਰੀ, ਵੀ ਫਿਰ ਤਾਂ ਪਸ਼ੂਆਂ ਤੋਂ ਵੀ ਭੈੜੀ ਹੈ। ਸੋ ਇਸ ਵਾਸਤੇ ਫਿਰ ਸਮਝਾਉਂਦੇ ਵੀ ਮਾਨਸ ਜਾਮੇ ਦਾ ਸਾਨੂੰ ਇਹੀ ਲਾਹਾ ਬਈ ਜੋ ਸਾਡਾ ਮਨ ਇੱਥੇ ਆ ਕੇ ਭੁੱਲ ਗਿਆ, ਇਹਨੇ ਹੁਣ ਗੁਰੂ ਦੇ ਸ਼ਬਦ ਦੁਆਰਾ ਭੁੱਲੇ ਹੋਏ ਨੇ ਸਮਝਣ। ਸਮਝੇਗਾ ਫੇਰ ਹੀ ਜੇ ਅਸੀਂ ਸਤਸੰਗਤ ਕਰਾਂਗੇ। ਜਦੋਂ ਹੁਣ ਆਪਾਂ ਸਤਸੰਗ ਚਾਹਾਂਗੇ, ਇੱਕ ਜਣਾ ਆਪਾਂ ਸ਼ਬਦ ਦੀ ਵਿਚਾਰ ਕਰਦੇ, ਬਾਕੀ ਆਪਾਂ ਧਿਆਨ ਨਾਲ ਸੁਣਦੇ, ਇਹਦੇ ਨਾਲ ਸਾਡਾ ਮਨ ਧੋਤਾ ਜਾਂਦਾ ਅਤੇ ਸਾਡਾ ਭੁੱਲਿਆ ਹੋਇਆ ਮਨ ਫਿਰ ਇਹ ਸਮਝਦਾ, ਇਹਨੂੰ ਸੋਝੀ ਆਉਂਦੀ, ਇਹਨੂੰ ਭੇਤ ਆਉਂਦਾ, ਇਹਦੀ ਮੈਲ ਉਤਰਦੀ ਹੈ, ਨਿਰਮਲ ਹੁੰਦਾ। ਤਾਈਓ ਮਹਾਰਾਜ ਫਰਮਾਉਂਦੇ ਮਨ ਤਨ ਧੋਵੇ ਸ਼ਬਦ ਵਿਚਾਰੀ, ਕਿ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ ਸਾਡਾ ਮਨ ਅਤੇ ਮਨ ਦਾ ਤਨ ਦੋਵੇਂ ਧੋਤੇ ਜਾਣੇ। ਜਦੋਂ ਮਨ ਧੋਤਾ ਜਾਏਗਾ ਇਹਦੀ ਮੈਲ ਉਤਰ ਜਾਏਗੀ, ਫਿਰ ਇਹਨੂੰ ਸਮਝ ਲੱਗੇਗੀ। ਜਦੋਂ ਮਨ ਜਾਗੇਗਾ ਫਿਰ ਹੀ ਇਹਨੂੰ ਸਮਝ ਲੱਗਣੀ ਵੀ ਮੈਨੂੰ ਕੀ ਸਮਝਾਉਂਦੇ।
ਜਦ ਤੱਕ ਹੁਣ ਇਹ ਮਨ ਸੁੱਤਾ ਹੋਇਆ ਸਮਝਦਾ ਨਹੀਂ, ਸਮਝ ਹੀ ਨਹੀਂ ਲੱਗਦੀ ਇਹਨੂੰ, ਜੋ ਮਰਜ਼ੀ ਕਹੀ ਚੱਲੋ। ਜਿਵੇਂ ਹੁਣ ਆਪਾਂ ਇੱਥੇ ਬੈਠੇ, ਸਰੀਰ ਇੱਥੇ, ਮਨ ਸਾਡਾ ਬਾਹਰ ਚਲਾ ਗਿਆ ਵਿਚਾਰਾਂ 'ਚ, ਅਤੇ ਜਿਹਨੂੰ ਸਮਝਾਉਣਾ ਸੀ ਉਹ ਤਾਂ ਬਾਹਰ ਚਲਾ ਗਿਆ, ਉਹ ਤਾਂ ਸੌਂ ਗਿਆ। ਅਤੇ ਫਿਰ ਸਮਝਣਾ ਕਿਹਨੇ? ਜਿਹਨੇ ਸਮਝਣਾ ਸੀ ਉਹ ਤਾਂ ਸੁੱਤਾ ਪਿਆ। ਤਾਂ ਕਰਕੇ ਫਿਰ ਸਾਨੂੰ ਸਮਝ ਨਹੀਂ ਲੱਗਦੀ ਵੀ ਕੀ ਕਹਿੰਦੇ ਨੇ। ਸੋ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਪਹਿਲਾਂ ਸੁੱਤੇ ਹੋਏ ਮਨ ਨੂੰ ਜਗਾਓ, ਜਦੋਂ ਇਹ ਜਾਗੇਗਾ ਫਿਰ ਇਹ ਹੁਕਮ ਨੂੰ ਮੰਨੇਗਾ। ਜਦੋਂ ਇਹ ਜਾਗਦਾ ਫਿਰ ਇਹ ਹੁਕਮ ਦੇ ਵਿੱਚ ਆ ਜਾਂਦਾ। ਹੁਕਮ ਕਹਿੰਦੇ ਨਾਮ ਨੂੰ, ਇਹਦੇ ਨਾਮ ਨੂੰ ਸੁਣੇਗਾ, ਇਹ ਹੁਕਮ ਦੇ ਵਿੱਚ ਆ ਜਾਏਗਾ, ਫਿਰ ਇਹ ਹੁਕਮ ਨੂੰ ਮੰਨੇਗਾ। ਜਦ ਤੱਕ ਸੁੱਤਾ ਉਹਨਾਂ ਸਮਾਂ ਹੁਕਮ ਦੇ ਵਿੱਚ ਨਹੀਂ ਆਉਂਦਾ। ਤਾਂਹੀਓ ਮਹਾਰਾਜ ਸਾਨੂੰ ਸਮਝਾਉਂਦੇ ਵੀ ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ ਇਹ ਹੁਣ ਆਪਾਂ ਸਿਮਰਨ ਅਭਿਆਸ ਕਰਦੇ। ਸਤਿਗੁਰੂ ਇਸ ਲਈ ਫਰਮਾਉਂਦੇ, ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਬਈ ਹੁਣ ਅਸੀਂ ਸਿਮਰਨ ਕਰਕੇ ਇਹ ਸੁੱਤੇ ਹੋਏ ਮਨ ਨੂੰ ਜਗਾਉਣਾ ਹੈ। ਜਦੋਂ ਇਹ ਜਾਗੇਗਾ ਫਿਰ ਜੋ ਗੁਰਬਾਣੀ ਗੁਰੂ ਕਹਿਣਗੇ ਫਿਰ ਇਹ ਮੰਨੇਗਾ। ਜਦੋਂ ਇਹ ਜਾਗੇਗਾ ਫਿਰ ਇਹਨੂੰ ਕਹਿਣਗੇ ਵੀ ਇਸ਼ਨਾਨ ਕਰ ਲਾ। ਕਿਤੇ ਇਸ਼ਨਾਨ ਕਰੇ ਅੰਮ੍ਰਿਤਸਰ ਦੇ ਵਿੱਚ, ਫਿਰ ਇਹ ਸਤਿਵਚਨ ਕਰਕੇ ਫਿਰ ਇਸ਼ਨਾਨ ਕਰ ਲੇਗਾ। ਫਿਰ ਇਹਨੂੰ ਕਹਿਣਗੇ ਭੋਜਨ ਛਕ ਲੈ, ਅਤੇ ਇਹ ਭੋਜਨ ਛਕ ਲੇਗਾ ਅੰਮ੍ਰਿਤ। ਫਿਰ ਇਹਨੂੰ ਕਹਿਣਗੇ ਹੁਣ ਪੂਜਾ ਕਰ ਲੈ, ਅਤੇ ਅੰਤਰਗਤ ਹੀ ਪੂਜਾ ਕਰ ਲੇਗਾ। ਜਦੋਂ ਜਾਗੇਗਾ ਫਿਰ ਇਹਨੂੰ ਕਹਿਣਗੇ ਵੀ ਹੁਣ ਤੂੰ ਵਣਜ ਕਰ ਲਾ, ਵਪਾਰ ਕਰ ਲਾ। ਫਿਰ ਇਹ ਵਣਜ 'ਤੇ ਲੱਗ ਜਾਏਗਾ, ਵਪਾਰ ਕਰਨ ਲੱਗ ਜਾਏਗਾ। ਜਾਣੀ ਦੀ ਜਦੋਂ ਜਾਗੇਗਾ ਫਿਰ ਹੀ ਕਹਿਣਾ ਮੰਨੇਗਾ। ਜਦ ਤੱਕ ਸੁੱਤਾ ਉਹਨਾਂ ਸਮਾਂ ਇਹ ਕਹਿਣਾ ਨਹੀਂ ਮੰਨਦਾ। ਅਸੀਂ ਕਹੀ ਜਾਵਾਂਗੇ ਇਸ਼ਨਾਨ ਕਰ ਲੈ, ਨੂੰ ਪਤਾ ਹੀ ਨਹੀਂ ਕਿੱਥੇ ਕਰਨਾ ਇਸ਼ਨਾਨ, ਸੁਣੇਗਾ ਹੀ ਨਹੀਂ। ਕਹਾਂਗੇ ਭੋਜਨ ਛਕ ਲੈ, ਤੈਨੂੰ ਪਤਾ ਹੀ ਨਹੀਂ ਭੋਜਨ ਕਿੱਥੋਂ ਛਕਣਾ, ਭੋਜਨ ਕਿਹੜਾ ਹੈ ਅੰਮ੍ਰਿਤ। ਇਹਨੂੰ ਕਹਿਣਗੇ ਵਣਜ ਵਪਾਰ ਕਰ ਲੈ, ਇਹਨੂੰ ਪਤਾ ਹੀ ਨਹੀਂ ਵਣਜ ਵਪਾਰ ਹੁੰਦਾ ਕਿਵੇਂ। ਸੋ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਮਨ ਭੁੱਲਿਆ ਹੋਇਆ, ਮਨ ਭੁੱਲਿਆ ਹੋਇਆ ਮਾਇਆ ਦੇ ਘਰ ਦੇ ਵਿੱਚ ਜਾ ਕੇ ਸੌਂ ਗਿਆ। ਮਹਾਰਾਜ ਇਸ ਲਈ ਕਹਿੰਦੇ ਭੂਲਾ ਮਨ ਮਾਇਆ ਘਰ ਜਾਈ। ਬਈ ਮਨ ਮਾਇਆ ਦੇ ਘਰੇ ਜਾ ਕੇ ਭੁੱਲ ਗਿਆ ਅਤੇ ਮਾਇਆ ਦੇ ਘਰ ਜਾ ਕੇ ਸੌਂ ਗਿਆ। ਸੁੱਤਾ ਕਿਵੇਂ ਹੈ? ਇਹ ਜਿਹੜੇ ਨੇਤਰ ਸੀ ਇਹ ਸੌਂ ਗਏ ਮਾਇਆ ਨੂੰ, ਆਕਾਰਾਂ ਨੂੰ ਦੇਖ ਦੇਖ। ਜਿਹੜੇ ਸਰਵਣ ਸੀ ਇਹ ਸੌਂ ਗਏ ਨਿੰਦਿਆ ਸੁਣ ਸੁਣ ਕੇ। ਜਿਹੜੀ ਰਸਨਾ ਸੀ ਇਹ ਸਵਾਦਾਂ 'ਚ ਸੌਂ ਗਈ। ਅਤੇ ਮਨ ਇਸ ਤਰ੍ਹਾਂ ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ ਹੁਣ ਬਿਸਮਾਦ ਹੋ ਕੇ ਗੂੜੀ ਨੀਂਦੇ ਸੁੱਤਾ ਪਿਆ। ਮਹਾਰਾਜ ਫਰਮਾਉਂਦੇ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਬਈ ਇੱਦਾਂ ਹੁਣ ਮਾਇਆ ਦੇ ਵਿੱਚ ਇਹ ਬਿਸਮਾਦ ਹੋ ਕੇ ਮਸਤ ਹੋ ਕੇ ਸੁੱਤਾ ਪਿਆ। ਜਦੋਂ ਆਪਾਂ ਪੁੱਛਦੇ ਸਤਿਗੁਰਾਂ ਤੋਂ ਬਈ ਕਿੰਨੇ ਕੁ ਸੁੱਤੇ ਪਏ ਨੇ ਅਤੇ ਕਿੰਨੇ ਕੁ ਜਾਗਦੇ, ਮਹਾਰਾਜ ਕਹਿੰਦੇ ਅਸੰਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਮਨ ਨੇ ਉਹ ਸੁੱਤੇ ਪਏ ਨੇ। ਕੋਈ ਵਿਰਲਾ ਜਿਹੜਾ ਗੁਰੂ ਦੀ ਮੱਤ ਲੈ ਕੇ ਰਸਨਾ ਦੁਆਰਾ ਸਿਮਰਨ ਕਰਦੇ, ਮਾਲਕ ਦੇ ਗੁਣ ਗਾਉਂਦੇ, ਉਹ ਮਨ ਜਾਗ ਪੈਂਦਾ। ਬਾਕੀ ਤਾਂ ਕਹਿੰਦੇ ਸਾਰੇ ਸੁੱਤੇ ਪਏ। ਮਹਾਰਾਜ ਫਰਮਾਉਂਦੇ, ਸੁੱਤੜੇ ਅਸੰਖ, ਮਾਇਆ ਝੂਠੀ ਕਾਰਨੀ, ਨਾਨਕ ਸੇ ਜਗਨ
ਜੋ ਰਸਨਾ ਨਾਮ ਉਚਾਰਨੇ। ਮਹਾਰਾਜ ਦਾ ਕਹਿੰਦੇ ਵੀ ਅਸੰਖਾਂ ਦੀ ਗਿਣਤੀ ਦੇ ਵਿੱਚ ਇਹ ਮਾਇਆ ਦੇ ਵਿੱਚ ਜਿਹੜੇ ਮਨ ਸੀ, ਇਹ ਮਨ ਆ ਕੇ ਸੁੱਤੇ ਪਏ। ਸੁੱਤੇ ਹੋਏ ਮਨ ਹੁਣ ਭਰਮ ਦੇ ਵਿੱਚ, ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਜੋ ਮਹਾਰਾਜ ਸਾਨੂੰ ਰੋਜ਼ ਸਮਝਾਉਂਦੇ, ਤਿਹੀਂ ਗੁਣੀ ਸੰਸਾਰ ਭਰਮ ਸੁੱਤਾ, ਸੁਤਿਆਂ ਰਹਿਣ ਵਿਹਾਣੀ। ਬਈ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ, ਵਿਚਾਰਾਂ ਦੇ ਵਿੱਚ ਜਿਹੜੇ ਮਨ ਸੀ, ਇਹ ਸਾਰੇ ਮਨ ਆ ਕੇ ਸੌਂ ਗਏ। ਸੁੱਤਾ ਹੋਇਆ ਮਨ ਹੁਣ ਇਹ ਸੁਪਨਾ ਦੇਖਦਾ। ਆਪਾਂ ਸਾਰੇ ਜਾਣਦੇ ਵੀ ਸੁਪਨਾ ਜਿਹੜਾ ਉਹ ਸੁੱਤਿਆਂ ਨੂੰ ਹੀ ਆਉਂਦਾ, ਜਾਗਦਿਆਂ ਨੂੰ ਤਾਂ ਸੁਪਨਾ ਆਉਂਦਾ ਨਹੀਂ। ਹੁਣ ਮਨ ਸੀ ਜਿਹੜਾ ਆ ਕੇ ਸੌਂ ਗਿਆ ਅਤੇ ਸੁਪਨਾ ਦੇਖਣ ਲੱਗੇ। ਸੁਪਨੇ ਦੇ ਵਿੱਚ ਹੁਣ ਕੀ ਦੇਖਦਾ ਹੈ? ਮਹਾਰਾਜ ਉਦਾਹਰਨ ਦੇ ਕੇ ਸਮਝਾਉਂਦੇ, ਇੱਕ ਦ੍ਰਿਸ਼ਟਮਾਨ ਰਾਜਾ ਹੈ, ਉਹ ਆਪਦੇ ਸਿੰਘਾਸਨ 'ਤੇ ਬੈਠਾ ਹੈ ਅਤੇ ਬੈਠੇ ਬੈਠੇ ਉਹਦੀ ਅੱਖ ਲੱਗ ਗਈ, ਸੌਂ ਗਿਆ। ਸੁੱਤਾ ਹੋਇਆ ਉਹ ਸੁਪਨਾ ਦੇਖਣ ਲੱਗਿਆ। ਸੁਪਨੇ ਦੇ ਵਿੱਚ ਉਹ ਕੀ ਦੇਖਦਾ ਹੈ ਵੀ ਜਿਹੜਾ ਉਹਦਾ ਰਾਜ ਭਾਗ ਸੀ ਉਹ ਖਤਮ ਹੋ ਗਿਆ, ਖੁੱਸ ਗਿਆ। ਉਹ ਆਪਦੇ ਰਾਜ ਦੇ ਵਿੱਚ ਹੀ ਉਹ ਮੰਗਤਾ ਭਿਖਾਰੀ ਬਣ ਕੇ ਉਹ ਦਰ ਦਰ ਮੰਗਦਾ ਫਿਰਦਾ, ਠੋਕਰਾਂ ਖਾਂਦਾ ਫਿਰਦਾ। ਹੁਣ ਉਹੀਓ ਹਾਲਤ ਇਹ ਸਾਡੇ ਮਨ ਰਾਜੀ ਦੀ ਹੋ ਗਈ। ਇੱਥੇ ਆਇਆ ਅਤੇ ਆ ਕੇ ਸੌਂ ਗਿਆ ਅਤੇ ਸੁਪਨਾ ਦੇਖਣ ਲੱਗਿਆ। ਅਤੇ ਸੁਪਨੇ 'ਚ ਹੁਣ ਕੀ ਦੇਖਦਾ ਹੈ ਵੀ ਇਹ ਭਿਖਾਰੀ ਬਣਿਆ ਹੋਇਆ, ਮੰਗਤਾ ਬਣਿਆ ਹੋਇਆ। ਮਹਾਰਾਜ ਫਰਮਾਉਂਦੇ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਸ਼ਤ ਰਾਜ ਵਿਸ਼ਰਤ ਦੁੱਖ ਪਾਇਆ, ਸੋਗਤ ਭਈ ਹਮਾਰੀ। ਹੁਣ ਉਹ ਰਾਜਾ ਸਿੰਘਾਸਨ 'ਤੇ ਬੈਠਾ ਅਤੇ ਸੁੱਤਾ ਹੋਇਆ ਜਦੋਂ ਸੁਪਨਾ ਦੇਖਦਾ, ਉਹ ਸੁਪਨੇ ਦੇ ਵਿੱਚ ਬੜਾ ਦੁੱਖ ਭੋਗ ਰਿਹਾ। ਕਿਤੇ ਦਾ ਰਾਜਾ ਸੀ, ਕਿਤੇ ਮੰਗਤਾ ਬਣ ਕੇ ਠੋਕਰਾਂ ਖਾਂਦਾ ਫਿਰਦਾ, ਮੰਗਦਾ ਫਿਰਦਾ। ਹੁਣ ਉਹੀਓ ਹਾਲਤ ਸਾਡੇ ਮਨ ਦੀ। ਇਹ ਹੁਣ ਸੁਪਨੇ ਦੇ ਵਿੱਚ ਚੱਲਦਾ ਅਤੇ ਦੁਖੀ ਹੋ ਰਿਹਾ, ਅਸ਼ਾਂਤ ਹੋ ਰਿਹਾ। ਬਣਾਇਆ ਮਾਲਕ ਨੇ ਰਾਜਾ ਸੀ ਅਤੇ ਇੱਥੇ ਆ ਕੇ ਸੌਂ ਗਿਆ ਅਤੇ ਹੁਣ ਮੰਗਤਾ ਬਣਿਆ ਫਿਰਦਾ, ਭਿਖਾਰੀ ਬਣਿਆ ਫਿਰਦਾ। ਹੁਣ ਜਦੋਂ ਮਨ ਜਾਗੇਗਾ ਫਿਰ ਇਹਨੂੰ ਭੇਦ ਖੋਲ੍ਹੇਗਾ ਵੀ ਮੈਂ ਤਾਂ ਰਾਜਾ, ਬਈ ਇਹ ਜਿਹੜੀ ਕਾਇਆ ਇਹ ਨਗਰੀ ਹੈ ਅਤੇ ਮੈਂ ਇਸ ਨਗਰੀ ਦਾ ਰਾਜਾ। ਮਹਾਰਾਜ ਫਰਮਾਉਂਦੇ, ਕਾਇਆ ਨਗਰੀ ਇਹ ਮਨ ਰਾਜਾ। ਬਈ ਇਹ ਕਾਇਆ ਜਿਹੜੀ ਇਹ ਨਗਰੀ ਹੈ, ਦੇਸ਼, ਅਤੇ ਮਨ ਨੂੰ ਇਸ ਦੇਸ਼ ਦਾ ਰਾਜਾ ਬਣਾਏ। ਹੁਣ ਰਾਜਾ ਸੁੱਤਾ ਪਿਆ ਅਤੇ ਰਾਜਾ ਮੰਗਤਾ ਬਣਦਿਆ ਫਿਰਦਾ, ਆਪਦੇ ਦੇਸ਼ ਦੇ ਵਿੱਚ ਹੀ, ਆਪਦੇ ਰਾਜ ਦੇ ਵਿੱਚ ਹੀ ਭਿਖਾਰੀ ਬਣਿਆ ਫਿਰਦਾ। ਹੁਣ ਜਦੋਂ ਇਹ ਜਾਗੇਗਾ ਫਿਰ ਇਹ ਰਾਜ ਕਰੇਗਾ। ਫਿਰ ਉਦੋਂ ਕਹਿੰਦੇ ਖਾਲਸਾ ਜੀ ਦਾ ਰਾਜ ਆ ਗਿਆ। ਜਿਵੇਂ ਹੁਣ ਜੀਵ ਕਹਿੰਦੇ ਨਾ ਕਈ ਵੀ ਬਾਹਰੀ, ਬਈ ਅਸੀਂ ਖਾਲਸਾ ਰਾਜ ਲੈਣਾ ਜੀ। ਖਾਲਸੇ ਨੇ ਰਾਜ ਕਿਤੇ ਬਾਹਰੀ ਦੇਸ਼ 'ਤੇ ਹੋਰ ਨਹੀਂ ਕਰਨਾ। ਇਸ ਸਰੀਰ ਨੂੰ ਦੇਸ਼ ਕਹਿੰਦੇ, ਇਹਦੇ 'ਤੇ ਖਾਲਸੇ ਨੇ ਰਾਜ ਕਰਨਾ। ਸਾਡਾ ਜਿਹੜਾ ਮਨ ਹੈ ਇੱਧਰ ਆ ਕੇ ਜਦੋਂ ਸੌਂ ਜਾਂਦਾ, ਇਹ ਨਖਾਲਸ ਹੋ ਜਾਂਦਾ, ਇਹ ਖਾਲਸਾ ਨਹੀਂ ਰਹਿੰਦਾ। ਫਿਰ ਇਸ ਦੇਸ਼ ਦੇ ਉੱਤੇ ਇਹਨਾਂ ਪੰਜਾਂ ਦਾ ਰਾਜ ਹੁੰਦਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ। ਫਿਰ ਇਹਨੂੰ ਕੂੜ ਦਾ ਰਾਜ ਕਹਿੰਦੇ। ਜਦੋਂ ਇਹ ਰਾਜ ਕਰਦੇ, ਇਹਨਾਂ ਦੇ ਰਾਜ ਦੇ ਵਿੱਚ ਫਿਰ ਜੀਵ ਕੂੜ ਦੇ ਨਾਲ ਜੁੜ ਜਾਂਦੇ, ਜਿਸ ਨੂੰ ਮਹਾਰਾਜ ਕਹਿੰਦੇ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਵੀ ਫਿਰ ਇਹਨਾਂ ਦੇ ਵਿੱਚ ਕੂੜ ਦਾ ਰਾਜ ਚੱਲਦਾ। ਇਹਨਾਂ ਦੇ ਰਾਜ ਦੇ ਵਿੱਚ ਫਿਰ ਇਹ ਪਰਜਾ ਨੂੰ ਨਸ਼ਾ ਦੇਣਾ ਸ਼ੁਰੂ ਕਰ ਦਿੰਦੇ। ਇਹ ਦੇਸ਼ ਦੇ ਵਿੱਚ ਹੀ ਹੜਤਾਲਾਂ ਸ਼ੁਰੂ ਹੋ ਜਾਂਦੀ, ਇਹਦੇ ਵਿੱਚ ਹੀ ਨਾਅਰੇਬਾਜ਼ੀ ਲੱਗਣੀ ਸ਼ੁਰੂ ਹੋ ਜਾਂਦੀ। ਕੁਝ ਜੀਵ ਨਸ਼ੇੜੀ ਹੋ ਜਾਂਦੇ, ਕੁਝ ਮਰ ਜਾਂਦੇ, ਕੁਝ ਨਸ਼ੇ 'ਤੇ ਲੱਗ ਜਾਂਦੇ।
ਉਦੋਂ ਫਿਰ ਇਹ ਦੇਸ਼ ਦੇ ਵਿੱਚ ਹਫੜਾ ਦਫੜੀ ਮੱਚ ਜਾਂਦੀ ਅਤੇ ਰਾਜਾ ਜਿਹੜਾ ਉਹ ਸੁੱਤਾ ਹੋਇਆ, ਜ਼ਹਿਰ ਚੜ੍ਹਿਆ ਉਹਨੂੰ, ਅਤੇ ਰਾਜ ਇਹਨਾਂ ਦੇ ਹੱਥੇ ਆਇਆ ਹੋਇਆ, ਅਤੇ ਇਹ ਪਰਜਾ ਨੂੰ ਦੁਖੀ ਕਰ ਦਿੰਦੇ। ਉਦੋਂ ਕਹਿੰਦੇ ਬਈ ਕੂੜ ਦਾ ਰਾਜ, ਜੇ ਮਨ ਜਾਗੇਗਾ ਫਿਰ ਇਹਦੇ ਰਾਜ ਦੇ ਵਿੱਚ ਸ਼ਾਂਤੀ ਸ਼ਾਂਤੀ ਹੁੰਦੀ। ਫਿਰ ਇਹ ਰਾਜਾ ਜਦੋਂ ਜਾਗਦਾ ਉਦੋਂ ਕਹਿੰਦੇ ਹਲੀਮੀ ਰਾਜ, ਖਾਲਸੇ ਦਾ ਰਾਜ। ਇਹਦੇ ਰਾਜ ਦੇ ਵਿੱਚ ਫਿਰ ਜਿਹੜੀ ਪਰਜਾ ਹੈ ਉਹ ਸਾਰੀ ਪਰਜਾ ਮਾਲਕ ਦੇ ਗੁਣ ਗਾਉਂਦੀ। ਕਿੱਥੇ ਤਾਂ ਪਹਿਲਾਂ ਜ਼ਹਿਰ ਦਿੱਤਾ ਜਾਂਦਾ ਪਰਜਾ ਨੂੰ, ਨਸ਼ੇ 'ਤੇ ਲਾਇਆ ਜਾਂਦਾ, ਨਸ਼ੇੜੀ ਹੋ ਜਾਂਦੀ। ਕਿੱਥੇ ਜਦੋਂ ਖਾਲਸੇ ਦਾ ਰਾਜ ਆ ਗਿਆ ਫਿਰ ਸਾਰੀ ਪਰਜਾ ਹੀ, ਸਾਰੀ ਨਗਰੀ ਹੀ ਮੁਕਤ ਹੋ ਜਾਂਦੀ। ਜਿਵੇਂ ਆਵਾ ਸੁਣਦੇ ਵੀ ਕਈ ਗੁਰਮੁਖ ਰਾਜੇ ਇਹੋ ਜਿਹੇ ਹੋਏ ਬਈ ਉਹਨਾਂ ਨੇ ਸਾਰੀ ਨਗਰੀ ਨੂੰ ਹੀ ਮੁਕਤ ਕਰਾ ਕੇ ਲੈ ਗਏ। ਹੁਣ ਉਹ ਨਗਰੀ ਕਿਹੜੀ ਸੀ? ਆਹ ਸਰੀਰ ਨੂੰ ਨਗਰੀ ਕਹਿੰਦੇ ਵੀ ਜਦੋਂ ਮਨ ਰਾਜਾ ਜਾਗ ਪੈਂਦਾ, ਇਹ ਰਾਜਾ ਤਾਂ ਅਮਰ ਪਦ ਵੀ ਹਾਸਲ ਕਰ ਹੀ ਲੈਂਦਾ, ਇਹਦੇ ਨਾਲ ਸਾਰੀ ਨਗਰੀ ਹੀ ਮੁਕਤ ਹੋ ਜਾਂਦੀ। ਇਹ ਸਾਰੇ ਪਰਿਵਾਰ ਨੂੰ ਹੀ ਮੁਕਤ ਕਰਾ ਕੇ ਇਹ ਕਰ ਲੈ ਜਾਂਦਾ। ਇਸੇ ਪਰਿਵਾਰ ਪਰਥਾਈ ਫਿਰ ਕਹਿੰਦੇ ਨੇ ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜ੍ਹਾਇਆ ਬੇੜੀ। ਬਈ ਮੇਰੇ ਸਾਰੇ ਪਰਿਵਾਰ ਨੂੰ ਹੀ ਬੇੜਾ ਕਿਹੜਾ ਹੈ? ਨਾਮ ਸ਼ਬਦ ਗੁਰੂ ਜਹਾਜ਼। ਮੇਰੇ ਸਾਰੇ ਪਰਿਵਾਰ ਨੂੰ ਜਹਾਜ਼ੀ ਚੜ੍ਹਾ ਲੈਂਦਾ। ਸੋ ਇਹ ਹੋਏਗਾ ਤਾਂ ਹੀ ਜੇ ਮਨ ਜਾਗੇਗਾ, ਤਾਂ ਜੇ ਖਾਲਸੇ ਦਾ ਰਾਜ ਆਏਗਾ ਤਾਂ। ਜਦੋਂ ਇਹ ਰਾਜ ਕਰਦਾ ਖਾਲਸਾ ਫਿਰ ਇਹ ਆਪ ਵੀ ਅੰਮ੍ਰਿਤ ਪੀਂਦਾ ਅਤੇ ਫਿਰ ਇਹ ਪਰਜਾ ਨੂੰ ਵੀ ਅੰਮ੍ਰਿਤ ਪਿਆਉਂਦਾ। ਫਿਰ ਇਹ ਅੰਮ੍ਰਿਤ ਜਿਹੜਾ ਇਹ ਤਿਆਰ ਕਰਦਾ, ਫਿਰ ਇਹ ਸਮੁੰਦਰ ਜਿਹੜੇ ਆਪਣੇ ਅੰਦਰ, ਸਮੁੰਦਰ ਨੂੰ ਖੀਰ ਕਹਿੰਦੇ, ਫਿਰ ਉਹਨੂੰ ਬਲੋ ਕੇ ਉਹਨੂੰ ਰਿੜਕ ਕੇ ਫਿਰ ਇਹ ਅੰਮ੍ਰਿਤ ਤਿਆਰ ਕਰਦਾ ਅਤੇ ਉਹ ਪਰਜਾ ਨੂੰ ਪਿਆਉਂਦਾ। ਮਹਾਰਾਜ ਫਰਮਾਉਂਦੇ ਮੇਰੇ ਰਾਮ ਐਸੇ ਖੀਰ ਬਲੋਈਏ, ਗੁਰਮਤਿ ਮਨੁਆ ਅਸਤਰ ਰੱਖੋ, ਇਨ ਬਿਦ ਅੰਮ੍ਰਿਤ ਪੀਓਈਏ। ਬਈ ਫਿਰ ਇਹ ਮਨ ਰਾਜਾ ਇਹ ਫਿਰ ਅੰਮ੍ਰਿਤ ਦਿੰਦਾ ਉਹਨਾਂ ਨੂੰ। ਮਨਾਂ ਦੀ ਖੁਰਾਕ ਹੈ ਜਿਹੜੇ ਪਰਜਾ, ਉਹਨਾਂ ਦੇ ਅੱਗੇ ਮਨ ਨੇ ਅਤੇ ਉਹਨਾਂ ਮਨਾਂ ਦੀ ਖੁਰਾਕ ਅੰਮ੍ਰਿਤ। ਇਹਦੇ ਜੀਵਾਂ ਨੂੰ ਪਾਉਣ ਦੀ ਥਾਂ ਪਾਉਣ, ਪਾਣੀ ਦੀ ਜਗ੍ਹਾ ਪਾਣੀ, ਅਗਨ ਦੀ ਜਗ੍ਹਾ ਅਗਨ ਸਹੀ ਸਪਲਾਈ ਕਰਦਾ ਹੈ। ਅਤੇ ਫਿਰ ਸਾਰੀ ਪਰਜਾ ਹੀ ਸਿਮਰਨ ਕਰਨ ਲੱਗ ਜਾਂਦੀ। ਤਾਈਓ ਆਪਾਂ ਕਹਿੰਦੇ ਨਾ ਵੀ ਜਿਹੜੇ ਗੁਰਮੁਖ ਨੇ ਉਹਨਾਂ ਦਾ ਰੋਮ ਰੋਮ ਮਾਲਕ ਨੂੰ ਧਿਆਉਂਦਾ। ਗੁਰਮੁਖ ਰੋਮ ਰੋਮ ਹਰ ਧਿਆਵੇ। ਹੁਣ ਉਹ ਰੋਮ ਰੋਮ ਸਾਰੀ ਪਰਜਾ ਹੀ ਫਿਰ ਧਿਆਉਣ ਲੱਗ ਜਾਂਦੀ। ਜਦੋਂ ਰਾਜਾ ਖਾਲਸਾ ਹੈ ਇਹ ਸਾਰੀ ਪਰਜਾ ਨੂੰ ਹੀ ਉਹ ਗੁਣ ਗਾਉਣ 'ਤੇ ਲਾ ਦਿੰਦਾ ਮਾਲਕ ਦੀ। ਫਿਰ ਉਹ ਸਾਰਾ ਰੋਮ ਰੋਮ ਮਾਲਕ ਦਾ ਸਿਮਰਨ ਕਰਦਾ। ਅਤੇ ਇਸ ਲਈ ਫਿਰ ਜੇ ਰਾਜਾ ਅਮਰ ਹੋ ਜਾਂਦਾ ਅਤੇ ਸਾਰੀ ਨਗਰੀ ਅਮਰ ਹੋ ਜਾਂਦੀ, ਸਾਰੀ ਨਗਰੀ ਨੂੰ ਹੀ ਮੁਕਤ ਕਰਾ ਲੈਂਦੀ। ਜੇ ਹੁਣ ਰਾਜਾ ਆਪ ਹੀ ਦੁਖੀ ਹੈ ਅਤੇ ਫਿਰ ਪਰਜਾ ਵੀ ਨਹੀਂ ਸੁਖੀ ਰਹਿ ਸਕਦੀ। ਪਰਜਾ ਤਾਂ ਤਾਂਹੀਓ ਸੁਖੀ ਰਹੇਗੀ ਜੇ ਰਾਜਾ ਸੁਖੀ ਹੋਏਗਾ। ਜੇ ਹੁਣ ਰਾਜਾ ਹੀ ਅਸ਼ਾਂਤ ਹੈ, ਰਾਜਾ ਹੀ ਦੁਖੀ ਹੈ, ਅਤੇ ਉਹ ਪਰਜਾ ਨੂੰ ਕਿੱਥੋਂ ਸੁੱਖ ਦੇਵੇਗਾ? ਸੋ ਤਾਂਹੀਓ ਫਿਰ ਮਨ ਨੂੰ ਸਜ਼ਾ ਮਿਲਦੀ ਵੀ ਤੈਨੂੰ ਬਣਾਇਆ ਸੀ ਰਾਜਾ, ਤੂੰ ਉੱਥੇ ਜਾ ਕੇ ਗਾਫਲ ਕਿਉਂ ਹੋਇਆ? ਤੂੰ ਸੁੱਤਾ ਕਿਉਂ? ਆਪ ਤਾਂ ਸੁੱਤਾ ਹੀ ਸੁੱਤਾ, ਨਾਲ ਇੰਨੀ ਪਰਜਾ ਸੀ ਜਿਹੜੀ ਉਹ ਵੀ ਖਵਾਰ ਹੋਈ। ਤਾਂ ਫਿਰ ਮਨ ਨੂੰ ਕਹਿੰਦੇ ਵੀ ਤੂੰ ਹੁਣ ਜਾਗਤ ਅਵਸਥਾ 'ਚ ਰਹਿਣਾ, ਉੱਥੇ ਜਾ ਕੇ ਗਾਫਲ ਹੋ ਕੇ ਸੌਣਾ ਨਹੀਂ। ਇਹ ਨਾ ਹੋਵੇ ਵੀ ਸੁੱਤਾ ਹੋਇਆ ਸੁਪਨਾ ਦੇਖਣ ਲੱਗ ਜੀ। ਮਹਾਰਾਜ ਇਸ ਲਈ ਫਰਮਾਉਂਦੇ ਆਪ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੇ ਜਨਮ ਗਵਾਇਓ,
ਚੋਰ ਮੂਸੇ ਘਰ ਜਾਈ। ਬਈ ਜੇ ਤੂੰ ਗਾਫਲ ਹੋ ਕੇ ਸੌਂ ਗਿਆ, ਤੇਰਾ ਜਨਮ ਇੱਦਾਂ ਹੀ ਚਲੇ ਜਾਣਾ, ਵਿਅਰਥ, ਰਾਹ ਨਹੀਂ ਖਟੇਂਗਾ। ਸੋ ਇਸ ਲਈ ਫਿਰ ਹੁਣ ਮਨ ਨੂੰ ਕਹਿੰਦੇ ਵੀ ਸੌਣਾ ਨਹੀਂ, ਜਾਗਤ ਰਹਿਣਾ ਅਵਸਥਾ ਦੇ ਵਿੱਚ। ਜੇ ਜਾਗੇਗਾ ਫਿਰ ਚੋਰ ਨਹੀਂ ਲੱਗ ਸਕਣਗੇ। ਜਦੋਂ ਸੌਂ ਜਾਂਦਾ ਫਿਰ ਹੀ ਇਹ ਚੋਰ ਲੱਗਦੇ। ਹੁਣ ਚੋਰ ਵੀ ਅੰਦਰ ਹੀ ਬੈਠੇ, ਦੇਹੀ ਦੇ ਵਿੱਚ ਹੀ ਵਸਦੇ। ਲੁੱਟਦੇ ਕੀ ਨੇ? ਸਾਡੇ ਮਨ ਦੀ ਖੁਰਾਕ ਅੰਮ੍ਰਿਤ ਰਸ ਲੁੱਟੀ ਜਾ ਰਹੀ। ਮਾਰੇ ਫਰਮਾਉਂਦੇ ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅੰਮ੍ਰਿਤ ਲੂਟੇ ਮਨ ਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰਾ। ਬਈ ਹੁਣ ਇਹ ਲੁੱਟੀ ਜਾ ਰਹੇ, ਅੰਮ੍ਰਿਤ ਰਸ ਲੁੱਟੀ ਜਾ ਰਹੇ। ਸਾਡਾ ਸਵਾਸਾਂ ਦਾ ਧਨ ਜਿਹੜਾ ਮਨ ਨੂੰ ਦਿੱਤਾ, ਇਹ ਲੁੱਟੀ ਜਾ ਰਹੇ। ਇਹ ਲੱਗੇ ਹੋਏ ਲੁੱਟਣ ਵਾਸਤੇ। ਹੁਣ ਮਹਾਰਾਜ ਕਹਿੰਦੇ ਵੀ ਇਹਨਾਂ ਤੋਂ ਸਾਨੂੰ ਕੋਈ ਬਚਾ ਨਹੀਂ ਸਕਦਾ, ਇਹ ਲਟੇਰਿਆਂ ਤੋਂ। ਚਾਹੇ ਸਾਡੇ ਸੰਸਾਰੀ ਮਾਂ ਪਿਓ ਨੇ, ਉਹ ਨਹੀਂ ਸਾਨੂੰ ਬਚਾ ਸਕਦੇ। ਚਾਹੇ ਸਾਡੇ ਭੈਣ ਭਰਾ ਨੇ, ਚਾਹੇ ਸਾਡੇ ਦੋਸਤ ਮਿੱਤਰ ਨੇ, ਚਾਹੇ ਅਸੀਂ ਆਪਦੀ ਜਿੰਨੀ ਮਰਜ਼ੀ ਸਿਆਣਪ ਵਰਤ ਲਈਏ, ਅਸੀਂ ਤਾਂ ਨਹੀਂ ਇਹਨਾਂ ਤੋਂ ਬਚ ਸਕਦੇ। ਹੁਣ ਇਹਨਾਂ ਤੋਂ ਬਚਿਆ ਤੇ ਬਚਿਆ ਕਿਵੇਂ ਜਾਵੇ? ਫਿਰ ਕਹਿੰਦੇ ਵੀ ਸਾਧ ਸੰਗਤ ਦੇ ਵਿੱਚ ਜਾ ਕੇ ਇਹਨਾਂ ਦੋਸਤਾਂ ਨੂੰ ਫਿਰ ਵਸ ਵਿੱਚ ਕੀਤਾ ਜਾਂਦਾ। ਮਹਾਰਾਜ ਫਰਮਾਉਂਦੇ ਨੇ, ਮੂਸਣਹਾਰ ਪੰਜ ਬਟਵਾਰੇ, ਸੁਨੇ ਨਗਰ ਭਰੇ ਠੱਗ ਹਾਰੇ, ਉਨ ਤੇ ਰਾਖੇ ਬਾਪ ਨਾ ਮਾਈ, ਉਨ ਤੇ ਰਾਖੇ ਮੀਤ ਨਾ ਭਾਈ, ਦਰਬ ਸਿਆਣਪ ਨਾ ਹੋਈ ਰਹਿਤੀ, ਸਾਧ ਸੰਗ ਹੋਏ ਦੁਸ਼ਟ ਵਸ ਹੋਤੇ। ਬਈ ਸਾਧ ਸੰਗਤ ਕਰਕੇ ਫਿਰ ਇਹਨਾਂ ਨੂੰ ਵਸ 'ਚ ਕੀਤਾ ਜਾ ਸਕਦਾ, ਨਹੀਂ ਤਾਂ ਵਸ 'ਚ ਆਉਂਦੇ ਨਹੀਂ। ਕਿਵੇਂ ਆਉਂਦੇ? ਮਹਾਰਾਜ ਕਹਿੰਦੇ ਸਾਧ ਸੰਗ ਆਵੇ ਬਸ ਪੰਚ। ਬਈ ਸਾਧ ਸੰਗਤ ਕਰਕੇ ਫਿਰ ਇਹ ਪੰਜ ਨੇ ਜਿਹੜੇ ਇਹ ਵਸ ਵਿੱਚ ਆ ਜਾਂਦੇ। ਜਦੋਂ ਇਹਨਾਂ ਨੂੰ ਵਸ 'ਚ ਕਰ ਲਿਆ, ਮਨ ਫਿਰ ਜਾਗ ਪੈਂਦਾ। ਫਿਰ ਇਹ, ਕਿਉਂਕਿ ਇਹਨਾਂ ਨੇ ਸਵਾਇਆ ਹੋਇਆ ਸੀ ਭਰਮ ਦੇ ਵਿੱਚ ਪਾ ਕੇ। ਇਹੋ ਸਾਡੇ ਅੰਦਰ ਵਕਾਰ ਪੈਦਾ ਕਰਦੇ ਵਿਚਾਰ, ਤੇ ਇਹੋ ਵਿਚਾਰਾਂ 'ਚ ਲਿਜਾ ਕੇ ਸਾਨੂੰ ਸਵਾ ਦਿੰਦੇ। ਮਹਾਰਾਜ ਫਰਮਾਉਂਦੇ, ਪੰਜ ਦੂਤ ਚਿੱਤ ਬੇਵਕਾਰਾ, ਮਾਇਆ ਮੋਹ ਕਾ ਇਹੋ ਪਸਾਰਾ। ਇਹਨਾਂ ਨੇ ਸਾਨੂੰ ਵਿਚਾਰਾਂ 'ਚ ਲਿਜਾ ਕੇ ਸਵਾਉਣਾ। ਇਹਨਾਂ ਨੇ ਸਾਡੇ ਅੰਦਰ ਚਿੰਤਾ ਲਾਉਣੀ, ਫਿਕਰ ਲਾਉਣੀ। ਇਹਨਾਂ ਨੇ ਸਾਡੇ ਅੰਦਰ ਦੁਬਦਾ ਪੈਦਾ ਕਰਨੀ, ਵੈਰ ਵਿਰੋਧ ਪੈਦਾ ਕਰਨਾ। ਬਈ ਕਿਵੇਂ ਨਾ ਕਿਵੇਂ ਇਹਨਾਂ ਨੂੰ ਵਿਚਾਰਾਂ 'ਚ ਲਿਜਾ ਕੇ ਸਵਾ ਦਿਓ, ਬਸ ਵੀ ਸੁੱਤੇ ਰਹਿਣ, ਵਿਚਾਰਾਂ ਤੋਂ ਰਹਿਤ ਨਾ ਹੋਣ। ਇਹਨਾਂ ਦੀ ਸੋਚ ਹੈ ਜਿਹੜੀ ਉਹ ਚੱਲਦੀ ਹੀ ਰਹੇ, ਵਿਚਾਰ ਫੁਰਨੇ ਚੱਲਦੇ ਹੀ ਰਹਿਣ ਕੋਈ ਨਾ ਕੋਈ। ਫਿਰ ਇਹਨਾਂ ਵਿਚਾਰਾਂ ਦੇ ਵਿੱਚ ਇਹਨੂੰ ਭਰਮ ਕਹਿੰਦੇ, ਤੇ ਇਹ ਭਰਮ ਦੇ ਵਿੱਚ ਮਨ ਸਾਡਾ ਸੁੱਤਾ ਹੋਇਆ। ਉਹਦਾ ਮਨ ਆਪਣਾ ਕੋਈ ਸੌਣ ਵਾਲੀ ਚੀਜ਼ ਨਹੀਂ ਹੈ, ਇਹ ਜੋਤ ਸਰੂਪ ਪ੍ਰਕਾਸ਼ ਰੂਪ ਹੈ। ਸੁੱਤਾ ਮਨ ਨੂੰ ਉਦੋਂ ਕਹਿੰਦੇ ਜਦੋਂ ਇਹ ਵਿਚਾਰਾਂ 'ਚ ਇੱਦਾਂ ਭਰਮ 'ਚ ਚਲਾ ਜਾਂਦਾ। ਕਹਿੰਦੇ ਵਿਚਾਰਾਂ 'ਚ ਸੌਂ ਗਈ, ਭਰਮ ਦੇ ਵਿੱਚ ਜਾ ਕੇ ਸੌਂ ਗਈ। ਹੁਣ ਇਹ ਤ੍ਰੈ ਗੁਣਾਂ ਦੇ ਵਿੱਚ ਭਰਮ ਹੈ, ਤੇ ਇਹ ਭਰਮ ਦੇ ਵਿੱਚ ਇਹ ਮਾਇਆ ਸਾਡੇ ਮਨ ਨੂੰ ਭੁਲਾਉਂਦੀ। ਤ੍ਰੈ ਗੁਣ ਭਰਮ ਭੁਲਾਈ, ਵੀ ਇਹ ਵਿਚਾਰ ਹੀ ਸਾਨੂੰ ਮਾਲਕ ਨੂੰ ਭੁਲਾਉਂਦੇ। ਵਿਚਾਰਾਂ 'ਚ ਲਿਜਾ ਕੇ ਇਹ ਸਵਾ ਦਿੰਦੇ ਮਨ। ਹੁਣ ਜਦੋਂ ਅਸੀਂ ਇਹ ਸਿਮਰਨ ਕਰਾਂਗੇ, ਗੁਰੂ ਦੀ ਮੱਤ ਲਵਾਂਗੇ, ਗਿਆਨ ਦੁਆਰਾ ਮਨ ਨੂੰ ਸਮਝਾਵਾਂਗੇ, ਫਿਰ ਇਹ ਭੁੱਲਾ ਹੋਇਆ ਮਨ ਇਹ ਸਮਝਦਾ ਗੁਰੂ ਦੇ ਸ਼ਬਦ ਦੁਆਰਾ। ਤਾਂਹੀਓ ਮਹਾਰਾਜ ਕਹਿੰਦੇ, ਭੁੱਲਾ ਮਨ ਸਮਝੇ ਗੁਰ ਸ਼ਬਦੀ, ਹਰ ਹਰ ਸਦਾ ਧਿਆਏ। ਵੀ ਫਿਰ ਇਹ ਜਦੋਂ ਮਾਲਕ ਨੂੰ ਧਿਆਉਂਦਾ, ਸਿਮਰਨ ਕਰਦਾ, ਤੇ ਫਿਰ ਇਹ ਸ਼ਬਦ ਦੁਆਰਾ ਭੁੱਲਿਆ ਹੋਇਆ ਮਨ ਸਮਝਦਾ। ਫਿਰ ਇਹਨੂੰ ਸਮਝ ਲੱਗਦੀ ਵੀ ਮੈਂ ਕਿਵੇਂ ਸੁੱਤਾ ਵਿਚਾਰਾਂ 'ਚ,
ਕਿਵੇਂ ਮਾਇਆ ਮੈਨੂੰ ਸਵਾਉਂਦੀ ਭਰਮ ਦੇ ਵਿੱਚ ਲਿਜਾ ਕੇ। ਫਿਰ ਜਦੋਂ ਇਹਨੂੰ ਸਮਝ ਲੱਗ ਗਈ ਫਿਰ ਇਹ ਜਾਗ ਪੈਂਦਾ। ਤੇ ਇਸ ਲਈ ਮਹਾਰਾਜ ਕਹਿੰਦੇ ਵੀ ਗੁਰੂ ਦੇ ਸ਼ਬਦ ਦੁਆਰਾ ਇਹ ਭੁੱਲਿਆ ਹੋਇਆ ਮਨ ਸਮਝਦਾ ਤੇ ਫਿਰ ਇਹ ਜਾਗਦਾ। ਜਦੋਂ ਇਹ ਜਾਗੇਗਾ ਫਿਰ ਇਹ ਇੱਥੇ ਨਹੀਂ ਰੁਕਦਾ, ਫਿਰ ਇਹ ਸਿੱਧਾ ਹੀ ਆਪਦੇ ਘਰ ਚਲਾ ਜਾਂਦਾ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਨਾ ਕਈ ਜੀਵ ਨਸ਼ਾ ਕਰਦੇ, ਹੁਣ ਉਹ ਜਦੋਂ ਉਹਨਾਂ ਨੂੰ ਨਸ਼ਾ ਚੜ੍ਹ ਜਾਂਦਾ ਉਹਨਾਂ ਦੀ ਸੁੱਧ ਬੁੱਧ ਮਾਰੀ ਜਾਂਦੀ, ਉਹ ਡਿੱਗ ਪੈਂਦੀ। ਜਦੋਂ ਉਹਨਾਂ ਦਾ ਨਸ਼ਾ ਉਤਰ ਜਾਂਦਾ ਲੈ ਜਾਂਦਾ ਫਿਰ ਉਹ ਰੁਕਦੇ ਨਹੀਂ, ਸਿੱਧਾ ਹੀ ਘਰੇ ਜਾਂਦੇ। ਹੁਣ ਇਸੇ ਤਰ੍ਹਾਂ ਹੀ ਇਹ ਸਾਡੇ ਮਨ ਦੀ ਹਾਲਤ। ਜਦੋਂ ਤਾਂ ਇਹ ਮਾਇਆ ਇਹਨੂੰ ਨਸ਼ਾ ਚੜ੍ਹਿਆ ਹੁੰਦਾ, ਡਿੱਗਿਆ ਹੁੰਦਾ, ਜਦੋਂ ਇਹਦਾ ਨਸ਼ਾ ਲੱਥ ਗਿਆ ਇਹ ਜਾਗ ਪਿਆ, ਫਿਰ ਇਹ ਇੱਥੇ ਨਹੀਂ ਰੁਕਦਾ, ਫਿਰ ਇਹ ਸਿੱਧਾ ਹੀ ਘਰ ਜਾਂਦਾ ਉੱਥੇ। ਸੋ ਤਾਂ ਫਿਰ ਮਹਾਰਾਜ ਕਹਿੰਦੇ ਵੀ ਮਨ ਨੂੰ ਹੁਣ ਇਹ ਜਿਹੜਾ ਨਸ਼ਾ ਵਿਖ ਚੜ੍ਹੀ ਹੈ, ਜ਼ਹਿਰ ਚੜ੍ਹੀ ਹੈ, ਇਹਨੂੰ ਲਾਉਣ ਵਾਸਤੇ ਇਹ ਗੁਰੂ ਦਾ ਸ਼ਬਦ ਹੈ ਜਿਹੜਾ ਇਹਨੂੰ ਗੜ੍ਹੜ ਮੰਤਰ ਕਹਿੰਦੇ। ਜਿਵੇਂ ਇਹ ਮਾਇਆ ਨੂੰ ਸਰਪਣੀ ਕਹਿੰਦੇ, ਨਾਗਣੀ। ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ। ਬਈ ਇਹ ਮਾਇਆ ਇਹਨੂੰ ਕਹਿੰਦੇ ਨਾਗਣੀ, ਸਰਪਣੀ। ਵੀ ਇਹ ਸਰਪਣੀ ਨੇ ਸਾਰਿਆਂ ਨੂੰ ਹੀ ਵਿਖ ਜ਼ਹਿਰ ਚੜ੍ਹਾਇਆ ਹੋਇਆ। ਮਾਇਆ ਭਿਅੰਗਮ ਸਰਪ ਹੈ, ਜਗ ਘੇਰਿਆ ਵਿਖ ਮਾਹੀ। ਵੀ ਇਹ ਮਾਇਆ ਨੇ ਆਪਦਾ ਜ਼ਹਿਰ ਚੜ੍ਹਾ ਕੇ, ਇਹ ਸਰਪਣੀ ਨੇ ਜ਼ਹਿਰ ਚੜ੍ਹਾ ਕੇ ਇਹ ਸਾਰਿਆਂ ਨੂੰ ਲਪੇਟਾ ਮਾਰ ਲਈ। ਹੁਣ ਮਹਾਰਾਜ ਕਹਿੰਦੇ ਵੀ ਜਿਵੇਂ ਕਿਸੇ ਜੀਵ ਨੂੰ ਜ਼ਹਿਰ ਚੜ੍ਹ ਜਾਂਦਾ, ਉਹਨੂੰ ਅੱਖਾਂ ਤੋਂ ਹੌਲੀ ਹੌਲੀ ਦਿਸਣਾ ਬੰਦ ਹੋ ਜਾਂਦਾ, ਕੰਨਾਂ ਤੋਂ ਸੁਣਨਾ ਬੰਦ ਹੋ ਜਾਂਦਾ, ਉਹ ਬੇਹੋਸ਼ ਹੋ ਜਾਂਦਾ, ਮੁਖ ਤੋਂ ਬੋਲਿਆ ਨਹੀਂ ਜਾਂਦਾ। ਹੁਣ ਇਹੋ ਹਾਲਤ ਇਹ ਸਾਡੇ ਮਨ ਦੀ ਹੋ ਜਾਂਦੀ। ਜਦੋਂ ਇਹਨੂੰ ਜ਼ਹਿਰ ਚੜ੍ਹਦਾ ਇਹਨੂੰ ਦਿਸਣਾ ਬੰਦ ਹੋ ਜਾਂਦਾ, ਮਾਲਕ ਦਿਸਦਾ ਨਹੀਂ। ਇਹਨੂੰ ਸੁਣਨਾ ਬੰਦ ਹੋ ਜਾਂਦਾ, ਮਾਲਕ ਦੀ ਆਵਾਜ਼ ਨਹੀਂ ਸੁਣਦੀ। ਇਹ ਬੋਲਣਾ ਬੰਦ ਹੋ ਜਾਂਦਾ, ਮਾਲਕ ਦੇ ਗੁਣ ਨਹੀਂ ਗਾਉਂਦਾ, ਸਿਮਰ ਨਹੀਂ ਹੁੰਦਾ ਫਿਰ। ਸੋ ਇਸ ਤਰ੍ਹਾਂ ਫਿਰ ਇਹਨੂੰ ਕਹਿੰਦੇ ਵੀ ਇਹਨੂੰ ਜ਼ਹਿਰ ਚੜ੍ਹ ਗਿਆ, ਵਿਖ ਚੜ੍ਹ ਗਿਆ। ਹੁਣ ਜਦੋਂ ਇਹਨੂੰ ਵਿਖ ਜ਼ਹਿਰ ਚੜ੍ਹ ਗਿਆ ਤੇ ਵਿਖ ਦਾ ਜਿਹੜਾ ਮਾਰਨ ਹੈ ਉਹ ਸ਼ਬਦ। ਜਿਵੇਂ ਇੱਕ ਗਰੜ ਪੰਛੀ ਹੈ, ਉਹ ਸੱਪ ਨੂੰ ਖਾ ਜਾਂਦਾ। ਹੁਣ ਇਸੇ ਤਰ੍ਹਾਂ ਹੀ ਇਹ ਮਾਇਆ ਸਰਪਣੀ ਤੇ ਗੁਰੂ ਦਾ ਸ਼ਬਦ ਜਿਹੜਾ ਇਹਨੂੰ ਗਰੜ ਮੰਤਰ ਕਹਿੰਦੇ। ਜਦੋਂ ਅਸੀਂ ਇਹਨੂੰ ਮੁਖ ਦੁਆਰਾ ਜਪਾਂਗੇ ਇਹ ਸਾਡੇ ਮਨ 'ਤੇ ਜਿਹੜਾ ਜ਼ਹਿਰ ਚੜ੍ਹਿਆ ਇਹ ਲੈਣਾ ਸ਼ੁਰੂ ਹੋ ਜਾਏਗਾ। ਮਾਰੇ ਫਰਮਾਉਂਦੇ ਵਿਖ ਕਾ ਮਾਰਨ ਹਰ ਨਾਮ ਹੈ, ਗੁਰ ਗਰੜ ਸ਼ਬਦ ਮੁਖ ਪਾਈ। ਬਈ ਇਹ ਵਿਖ ਦਾ ਮਾਰਨ ਹੈ ਜਿਹੜਾ ਉਹ ਨਾਮ ਹੈ, ਤੇ ਗੁਰੂ ਦਾ ਸ਼ਬਦ ਗਰੜ ਮੰਤਰ ਹੈ, ਮੁਖ ਦੁਆਰਾ ਇਹਨੂੰ ਜਪੋ। ਜਦੋਂ ਅਸੀਂ ਜਪਾਂਗੇ ਤੇ ਉਹਦੇ ਇਹਦਾ ਜ਼ਹਿਰ ਲੈਣਾ ਸ਼ੁਰੂ ਹੋ ਜਾਏਗਾ। ਜਿਉਂ-ਜਿਉਂ ਜ਼ਹਿਰ ਲੱਥੇਗਾ ਤਿਉਂ ਤੇ ਹੋਸ਼ ਵਿੱਚ ਆਏਗਾ। ਜਿਉਂ-ਜਿਉਂ ਇਹਨੂੰ ਹੋਸ਼ ਆਏਗੀ ਫਿਰ ਇਹਨੂੰ ਆਪਦਾ ਪਿਛੋਕੜ ਚੇਤੇ ਆਏਗਾ। ਫਿਰ ਇਹਨੂੰ ਪਤਾ ਲੱਗਦਾ ਵੀ ਮੈਂ ਤਾਂ ਇਸ ਲੋਕ ਦਾ ਵਾਸੀ ਨਹੀਂ ਹੈ, ਮੈਂ ਤਾਂ ਇੱਥੇ ਦਾ ਰਹਿਣ ਵਾਲਾ ਨਹੀਂ। ਮੇਰਾ ਜਿਹੜਾ ਘਰ ਹੈ ਉਹ ਨਿਜ ਮਹਿਲ ਹੈ, ਜਿਹੜਾ ਮੇਰਾ ਦੇਸ਼ ਜਿੱਥੇ ਦਾ ਮੈਂ ਵਾਸੀ ਹਾਂ ਉਹ ਪਰਲੋਕ ਹੈ। ਹੁਣ ਇਹਨੂੰ ਜ਼ਹਿਰ ਚੜ੍ਹਿਆ ਹੋਣ ਕਰਕੇ ਇਹਨੂੰ ਇਹ ਸੋਝੀ ਨਹੀਂ, ਇਹਨੂੰ ਪਿਛੋਕੜੀ ਭੁੱਲ ਗਿਆ, ਇਹਨੂੰ ਪਤਾ ਹੀ ਨਹੀਂ ਵੀ ਮੈਂ ਕਿੱਥੋਂ ਆਏ, ਕਿਹਨੇ ਮੈਨੂੰ ਭੇਜਿਆ, ਕੀ ਕਰਨ ਵਾਸਤੇ ਆਏ। ਇਸ ਲੋਕ ਦੇ ਵਿੱਚ ਜਿਹੜਾ ਘਰ ਬਣਾ ਕੇ ਦਿੱਤਾ ਮਾਲਕ ਨੇ, ਉਹ ਘਰ ਕਿੱਥੇ, ਉਹ ਘਰ ਨੂੰ ਵੀ ਭੁੱਲ ਗਿਆ। ਇਹ ਸਾਰਾ ਕੁਛ ਹੀ ਭੁੱਲ ਗਿਆ ਜਦੋਂ ਬੇਹੋਸ਼ ਹੋ ਜਾਂਦਾ। ਹੁਣ ਜਿਉਂ-ਜਿਉਂ ਫਿਰ ਇਹ ਆਪ ਅਭਿਆਸ ਕਰਦੇ ਤੇ ਆਉਂਦੇ ਉਹ ਮਨ ਦਾ ਜ਼ਹਿਰ ਲੈਂਦਾ, ਜਿਉਂ-ਜਿਉਂ ਜ਼ਹਿਰ ਲੱਥੇਗਾ ਤੇ ਆਉਂਦੇ ਫਿਰ ਇਹਨੂੰ ਹੋਸ਼ ਆਏਗਾ ਤੇ ਫਿਰ ਇਹ ਹੋਸ਼ ਵਿੱਚ ਆ ਕੇ ਆਪਦੇ ਘਰ ਨੂੰ ਜਾਏਗਾ। ਸੋ ਆਓ ਹੁਣ ਕਿਵੇਂ
ਇਹ ਸਾਡੇ ਮਨ ਨੂੰ ਅਸੀਂ ਹੋਸ਼ ਵਿੱਚ ਲੈ ਕੇ ਆਉਣਾ। ਉਹਦੇ ਵਾਸਤੇ ਮਹਾਰਾਜ ਫਿਰ ਕਹਿੰਦੇ ਵੀ ਇਹ ਗੁਰੂ ਦਾ ਸ਼ਬਦ ਗਰੜ ਮੰਤਰ, ਇਹਨੂੰ ਮੁੱਖ ਦੁਬਾਰਾ ਜਪੋ। ਜਿਉਂ-ਜਿਉਂ ਜਪਾਂਗੇ ਤਿਉਂ-ਤਿਉਂ ਸਾਡੇ ਮਨ ਦਾ ਜ਼ਹਿਰ ਲੱਥੇਗਾ। ਆਓ ਜੋ ਮਹਾਰਾਜ ਆਪਾਂ ਨੂੰ ਇਹਸਾਸ ਗਿਰਾ ਸਿਮਰਨ ਅਭਿਆਸ ਦੱਸਦੇ ਨੇ, ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਇਹ ਆਪਾਂ ਸਿਮਰਨ ਕਰਦੇ, ਇਹਦੇ ਨਾਲ ਆਪਣੇ ਮਨ 'ਤੇ ਜਿਹੜਾ ਇਹ ਬਿਖ ਜ਼ਹਿਰ ਜਿਹੜੀ ਇਹ ਲੈਣੀ ਸ਼ੁਰੂ ਹੁੰਦੀ। ਜਿਉਂ-ਜਿਉਂ ਅਸੀਂ ਅਭਿਆਸ ਕਰਦੇ ਜਾਵਾਂਗੇ, ਤਿਉਂ-ਤਿਉਂ ਇਹ ਮਨ ਨੂੰ ਸਾਡੇ ਨੂੰ ਹੋਸ਼ ਆਉਂਦੀ ਜਾਏਗੀ। ਜਿਉਂ-ਜਿਉਂ ਇਹਨੂੰ ਹੋਸ਼ ਆਏਗਾ, ਫਿਰ ਇਹਨੂੰ ਗੁਰਬਾਣੀ ਗੁਰੂ ਦੀ ਸਮਝ ਲੱਗਣੀ, ਫਿਰ ਇਹਨੂੰ ਸਮਝ ਆਉਣੀ ਵੀ ਮੈਨੂੰ ਕੀ ਕਹਿ ਰਹੇ। ਜਦ ਤੱਕ ਇਹਨੂੰ ਜ਼ਹਿਰ ਚੜਿਆ ਉਹਨਾਂ ਸਮਾਂ ਤਾਂ ਇਹਦੇ ਤੱਕ ਆਵਾਜ਼ ਪਹੁੰਚਦੀ ਹੀ ਨਹੀਂ। ਸੋ ਇਸ ਵਾਸਤੇ ਹੁਣ ਇਹ ਜਿਹੜਾ ਆਪਾਂ ਸਿਮਰਨ ਅਭਿਆਸ ਕਰਦੇ ਹਾਂ, ਇਸੇ ਵਾਸਤੇ ਕਰਦੇ ਹਾਂ ਵੀ ਸਾਡਾ ਜਿਹੜਾ ਮਨ ਹੈ, ਇਹ ਮਨ ਤੱਕ ਇਹ ਆਵਾਜ਼ ਪਹੁੰਚੇ ਅਤੇ ਇਹ ਆਵਾਜ਼ ਨੂੰ ਸੁਣੇ ਧਿਆਨ ਦੇ ਨਾਲ, ਅਤੇ ਇਹ ਫਿਰ ਸੁੱਤਾ ਹੋਇਆ ਜਾਗੇ। ਸੋ ਤਾਈਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਹੁਣ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ, ਬਹਿੰਦੇ ਉੱਠਦੇ ਕੰਮ ਕਰਦੇ ਗੁਰੂ ਦੇ ਸ਼ਬਦ ਨੂੰ ਦ੍ਰਿੜ ਕਰਨ। ਇਸ ਦ੍ਰਿੜ ਕਰਨ ਦੇ ਨਾਲ ਹੀ ਗੁਰੂ ਦੇ ਸ਼ਬਦ ਦੁਆਰਾ ਹੀ ਇਹ ਭੁੱਲੇ ਹੋਏ ਮਨ ਨੇ ਸਮਝਣਾ, ਇਹਨੂੰ ਸਮਝਾਉਣਾ। ਤਾਈਓ ਮਹਾਰਾਜ ਕਹਿੰਦੇ ਭੁੱਲਾ ਮਨ ਸਮਝੇ ਗੁਰ ਸ਼ਬਦੀ। ਇਹ ਭੁੱਲਿਆ ਹੋਇਆ ਗੁਰੂ ਦੇ ਸ਼ਬਦ ਦੁਆਰਾ ਸਮਝਣਾ ਇਹਨੇ, ਉੱਦਾਂ ਸਮਝਦਾ ਨਹੀਂ। ਜੇ ਹੁਣ ਅਸੀਂ ਸਿਮਰਨ ਨਹੀਂ ਕਰਾਂਗੇ ਤਾਂ ਫਿਰ ਨਹੀਂ ਇਹਨੇ ਸਮਝਣਾ। ਇਹਨੇ ਸਮਝਣਾ ਹੀ ਫਿਰ ਜਦੋਂ ਅਸੀਂ ਹੁਣ ਸਿਮਰਨ ਕਰਾਂਗੇ। ਇਸ ਲਈ ਹੁਣ ਇਹ ਆਪਾਂ ਬਹਿੰਦੇ ਉੱਠਦੇ ਕੰਮ ਕਾਰ ਕਰਦੇ ਇਹ ਸਿਮਰਨ ਅਭਿਆਸ ਜਾਰੀ ਰੱਖਣਾ ਹੁੰਦਾ ਵੀ, ਤਾਂ ਕਿ ਸਾਨੂੰ ਇਹ ਦ੍ਰਿੜ ਹੋ ਜੇ, ਸਾਨੂੰ ਭੁੱਲੇ ਨਾ, ਸਾਨੂੰ ਵਿਸਰੇ ਨਾ, ਸਾਡੇ ਹਿਰਦੇ 'ਚ ਵਸ ਜੇ। ਜੇ ਹੁਣ ਇਹ ਗੁਰੂ ਦਾ ਸ਼ਬਦ ਸਾਡੇ ਹਿਰਦੇ 'ਚ ਵਸ ਜੇਗਾ ਅਤੇ ਸਾਨੂੰ ਮਾਲਕ ਭੁੱਲੇਗਾ ਨਹੀਂ। ਮਹਾਰਾਜ ਫਰਮਾਉਂਦੇ ਗੁਰ ਕਾ ਸ਼ਬਦ ਹਿਰਦੇ ਵਸੇ ਤਾਂ ਹਰ ਵਿਸਰ ਨਾ ਜਾਈ। ਵੀ ਜੇ ਸਾਡੇ ਹਿਰਦੇ 'ਚ ਵਸ ਜੇਗਾ ਤਾਂ ਸਾਨੂੰ ਮਾਲਕ ਭੁੱਲੇਗਾ ਨਹੀਂ। ਸੋ ਇਸ ਲਈ ਹੁਣ ਇਹ ਆਪਾਂ ਹਿਰਦੇ 'ਚ ਵਸਾਉਣਾ ਇਕੱਲਾ ਮੁੱਖ ਤੋਂ ਹੀ ਨਹੀਂ ਕਰਨਾ। ਜਿਵੇਂ ਮਹਾਰਾਜ ਕਹਿੰਦੇ ਮੁੱਖ ਤੋਂ ਤਾਂ ਬਹੁਤ ਜੀਵ ਕਰਦੇ ਨੇ, ਪਰ ਉਹ ਵਿਰਲੇ ਨੇ ਜਿਹੜੇ ਆਪਦੇ ਹਿਰਦੇ 'ਚ ਵਸਾ ਲੈਂਦੇ। ਜਿਨ੍ਹਾਂ ਦੇ ਹਿਰਦੇ 'ਚ ਵਸ ਜਾਂਦਾ ਉਹ ਮਹਾਰਾਜ ਕਹਿੰਦੇ ਸਦਾ ਲਈ ਜੀਵਨ ਮੁਕਤ ਹੋ ਜਾਂਦੇ। ਇਸ ਲਈ ਫਰਮਾਉਂਦੇ ਮੁੱਖੋਂ ਹਰ ਹਰ ਸਭ ਕੋ ਕਰੇ, ਵਿਰਲੇ ਹਿਰਦੇ ਵਸਾਇਆ। ਨਾਨਕ ਜਿਨ ਕੇ ਹਿਰਦੇ ਵਸਿਆ, ਮੋਖ ਮੁਕਤ ਤਿਨ ਪਾਇਆ। ਬਈ ਮੁੱਖ ਤੋਂ ਤਾਂ ਬਹੁਤ ਜੀਵ ਕਰਦੇ ਨੇ, ਪਰ ਉਹ ਵਿਰਲੇ ਜਿਹੜੇ ਹਿਰਦੇ 'ਚ ਵਸਾਉਂਦੇ। ਸੋ ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਇਕੱਲਾ ਮੁੱਖ ਤੋਂ ਹੀ ਨਹੀਂ ਕਰਨਾ, ਅਸੀਂ ਮੁੱਖ ਦੁਆਰਾ ਕਰਦੇ ਕਰਦੇ ਇਹਨੂੰ ਹਿਰਦੇ ਤੱਕ ਲੈ ਜਾਣਾ ਵੀ, ਤਾਂ ਕਿ ਸਾਡੇ ਅੰਦਰ ਵਸ ਜੇ, ਸਾਨੂੰ ਭੁੱਲੇ ਨਾ, ਸਾਨੂੰ ਵਿਸਰੇ ਨਾ। ਸੋ ਇਸ ਲਈ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਤਾਂ ਹੀ ਵਸੇਗਾ ਜੇ ਅਸੀਂ ਨਿਰੰਤਰ ਕਰਾਂਗੇ, ਲਗਾਤਾਰ ਬਹਿੰਦੇ ਉੱਠਦੇ ਕੰਮ ਕਰਦੇ। ਸੋ ਇਹ ਹੁਣ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ ਹੁੰਦਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ, ਅਤੇ ਵੱਧ ਤੋਂ ਵੱਧ ਇਹ ਆਪਾਂ ਸਤ ਸੰਗਤ ਕਰਨੀ। ਇਹ ਜੋ ਸਾਰਾ ਭੇਤ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਵਾਰ-ਵਾਰ ਦ੍ਰਿੜ ਕਰਦੇ ਹਾਂ ਵੀ, ਤਾਂ ਕਿ ਸਾਡੇ ਹਿਰਦੇ 'ਚ ਵਸ ਜੇ, ਸਾਨੂੰ ਭੁੱਲੇ ਨਾ, ਵਿਸਰੇ ਨਾ। ਸੋ ਬਾਕੀ ਜੋ ਆਪਣਾ ਸਮਾਗਮ ਚੱਲ ਰਿਹਾ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ, 2 ਦਿਨ ਅਜੇ ਹੈਗੇ, ਕੱਲ੍ਹ ਦਾ ਅਤੇ ਪਰਸੋਂ ਦਾ। ਸੋ ਆਪਾਂ ਸੰਗਤ ਕਰਕੇ ਵੱਧ ਤੋਂ ਵੱਧ ਆਪਣੇ ਜੀਵਨ ਦਾ ਲਾਹਾ ਹੈ, ਇਹ ਆਪਾਂ ਲਾਹਾ ਪ੍ਰਾਪਤ ਕਰ ਸਕਦੇ ਹਾਂ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਅਤੇ ਕੱਲ੍ਹ ਨੂੰ ਜੋ ਆਪਣਾ ਇਹ ਆਪਾਂ ਜੋ ਅਭਿਆਸ ਕਰਦੇ ਹਾਂ, ਕੱਲ੍ਹ ਨੂੰ ਆਪਣੇ ਘਰ ਦੇ ਵਿੱਚ, ਆਪਣੇ ਨਗਰ, ਆਪਣਾ ਘਰ ਜੋ ਉੱਥੇ ਆਪਾਂ ਸਾਰੇ ਮਿਲ ਕੇ ਅਭਿਆਸ ਕਰਾਂਗੇ।
ਅਤੇ ਜੋ ਮਹਾਰਾਜ ਆਪਾਂ ਨੂੰ ਦੱਸ ਰਹੇ, ਸਾਰੇ ਮਿਲ ਕੇ ਮਾਲਕ ਦੇ ਗੁਣ ਗਾਵਾਂਗੇ। ਸੋ ਕੱਲ੍ਹ ਨੂੰ ਇਸੇ ਸਮੇਂ 7 ਵਜੇ ਆਪਾਂ ਆਪਣੇ ਗ੍ਰਹਿ ਵਿਖੇ ਸਾਰੇ ਗੁਰਮੁਖਾਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ